ਇੱਕ ਓਂਕਾਰ ਰੱਬ ਇੱਕ ਹੈ। ਗੁਰੂ ਨਾਨਕ ਦੇਵ ਜੀ ਦੀਆਂ ਰੀਅਲ ਟੀਚਿੰਗਸ ਕੀ ਹਨ? ਉਹਨਾਂ ਨੇ ਮੈਨੂੰ ਇਸਲਾਮ ਕਬੂਲ ਕਰਨ ਲਈ ਕਿਵੇਂ ਫੋਰਸ ਕੀਤਾ? ਅਸਲਾਮ ਅਲੈਕਮ। ਮੈਂ ਸੀਮਾ ਮਲਿਕ ਇੰਡੀਆ ਪੰਜਾਬ ਤੋਂ ਹਾਂ ਤੇ ਚਾਹਲ ਫੈਮਿਲੀ ਨੂੰ ਬਿਲੋਂਗ ਕਰਦੀ ਹਾਂ। ਅੱਜ ਮੈਂ ਤੁਹਾਡੇ ਨਾਲ ਆਪਣੀ ਜ਼ਿੰਦਗੀ ਦਾ ਵੈਰੀ ਇੰਪੋਰਟੈਂਟ ਡਿਸੀਜਨ ਸ਼ੇਅਰ ਕਰਨ ਜਾ ਰਹੀ ਹਾਂ ਕਿ ਮੈਂ ਸਿੱਖੀਜ਼ਮ ਤੋਂ ਇਸਲਾਮ ਵੱਲ ਕਿਉਂ ਆਈ, ਇਸ ਦੀ ਜ਼ਰੂਰਤ ਕਿਉਂ ਹੋਈ, ਇਸ ਹੋਪ ਦੇ ਨਾਲ ਕਿ ਹੋ ਸਕਦਾ ਮੇਰੀ ਸਟੋਰੀ ਸੁਣ ਕੇ ਕਿਸੇ ਹੋਰ ਨੂੰ ਵੀ ਸਿੱਧੇ ਰਸਤੇ ਤੇ ਆਉਣ ਦੀ ਹੈਲਪ ਮਿਲ ਸਕੇ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸਾਰੀ ਤਾਰੀਫ ਉਸ ਰੱਬ ਦੀ ਹੈ ਜਿਹੜਾ ਕੁੱਲ ਜਹਾਨਾਂ ਨੂੰ ਪੈਦਾ ਕਰਨ ਵਾਲਾ ਹੈ। ਉਹੀ ਰੱਬ ਸਾਰੀ ਤਾਰੀਫ ਦਾ ਮਾਲਿਕ ਹੈ। ਅਸੀਂ ਉਸੇ ਕੋਲੋਂ ਮਦਦ ਮੰਗਦੇ ਹਾਂ ਅਤੇ ਸਾਡੇ ਸਾਰੇ ਕੰਮ ਉਹੀ ਕਰਨ ਵਾਲਾ ਹੈ ਅਤੇ ਸਾਨੂੰ ਉਹੀ ਬਖਸ਼ਣ ਵਾਲਾ ਹੈ। ਮੈਂ ਆਪਣੇ ਰੱਬ ਤੇ ਈਮਾਨ ਲਿਆਉਂਦੀ ਹਾਂ ਕਿ ਉਹੀ ਸੱਚਾ ਰੱਬ ਹੈ ਅਤੇ ਆਪਣੇ ਰੱਬ ਉੱਪਰ ਭਰੋਸਾ ਕਰਦੀ ਹਾਂ। ਉਸੇ ਕੋਲੋਂ ਆਪਣੇ ਗੁਨਾਹਾਂ ਦੀ ਮਾਫੀ ਮੰਗਦੀ ਹਾਂ। ਜਿਸ ਨੂੰ ਰੱਬ ਸਿੱਧਾ ਰਸਤਾ ਆਪਣੀ ਤਰਫ ਦਿਖਾ ਦੇਵੇ, ਉਸ ਨੂੰ ਕੋਈ ਉਸ ਦੇ ਰਸਤੇ ਤੋਂ ਮੋੜ ਨਹੀਂ ਸਕਦਾ। ਜਿਸ ਨੂੰ ਰੱਬ ਹੀ ਹਦਾਇਤ ਨਾ ਦੇਵੇ, ਉਸ ਨੂੰ ਕੋਈ ਸਿੱਧਾ ਰਸਤਾ ਦਿਖਾ ਨਹੀਂ ਸਕਦਾ। ਮੈਂ ਤਹਿ ਦਿਲ ਤੋਂ ਇਕਰਾਰ ਕਰਦੀ ਹਾਂ ਕਿ ਉਹੀ ਸੱਚਾ ਰੱਬ ਹੈ। ਮੈਂ ਇਸ ਗੱਲ ਦਾ ਵੀ ਇਕਰਾਰ ਕਰਦੀ ਹਾਂ ਕਿ ਪ੍ਰੋਫਟ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਉਸ ਰੱਬ ਦੇ ਖਾਸ ਬੰਦੇ, ਪੈਗੰਬਰ ਤੇ ਰਸੂਲ ਹਨ। ਅੰਮਾ ਬਾਦ, ਸਾਰੀਆਂ ਗੱਲਾਂ ਤੋਂ ਵਧੀਆ ਗੱਲ ਰੱਬ ਦੀ ਤਾਰੀਫ ਹੈ ਅਤੇ ਸਾਰਿਆਂ ਰਾਹਾਂ ਤੋਂ ਵਧੀਆ ਰਾਹ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦਾ ਦੱਸਿਆ ਰਾਸਤਾ ਹੈ। ਸਭ ਕੰਮਾਂ ਤੋਂ ਵਧੀਆ ਕੰਮ ਉਹ ਹਨ ਜਿਹੜੇ ਰੱਬ ਦੀ ਤਰਫੋਂ ਹਨ। ਯਾਦ ਰੱਖੋ, ਜੋ ਕੋਈ ਦੀਨ ਵਿੱਚ ਨਵੀਆਂ ਚੀਜ਼ਾਂ ਐਡ ਕਰੇਗਾ ਉਹ ਇਨੋਵੇਸ਼ਨ ਹੈ। ਉਹ ਇੱਕ ਨਵੀਂ ਚੀਜ਼ ਹੈ, ਉਹ ਦੀਨ ਦਾ ਹਿੱਸਾ ਨਹੀਂ ਹੈ। ਹਰ ਨਵੀਂ ਚੀਜ਼ ਜੋ ਦੀਨ ਵਿੱਚ ਬਣਾਈ ਗਈ ਉਹ ਗੁੰਮਰਾਹੀ ਹੈ ਅਤੇ ਸਾਰੀਆਂ ਗੁੰਮਰਾਹੀਆਂ ਦਾ ਐਂਡ ਨਰਕ ਹੈ। ਮੈਂ ਬਚਪਨ ਤੋਂ ਸਿੱਖੀਜ਼ਮ ਦੀ ਪੂਰੀ ਤਰ੍ਹਾਂ ਪ੍ਰੈਕਟਿਸ ਕਰਦੀ ਸੀ, ਮੇਰੀ ਫੈਮਿਲੀ ਦੀ ਤਰ੍ਹਾਂ। ਮੇਰੀ ਫੈਮਿਲੀ ਇਲਾਕੇ ਵਿੱਚ ਬੜੀ ਰਿਸਪੈਕਟਡ ਤੇ ਵੈਲ ਨੋਨ ਹੈ ਅਤੇ ਮੇਰੀ ਫੈਮਿਲੀ ਓਪਨ ਮਾਈਂਡਡ ਵੀ ਹੈ। ਮੇਰੇ ਲਈ ਰਿਲੀਜੀਅਸ ਪੁਆਇੰਟ 'ਤੇ ਗੱਲ ਕਰਨਾ ਆਸਾਨ ਸੀ, ਸਪੈਸ਼ਲੀ ਮੇਰੇ ਫਾਦਰ ਸਾਹਿਬ ਨਾਲ, ਮੇਰੇ ਬਾਪੂ ਜੀ ਨਾਲ। ਪਰ ਉਹਨਾਂ ਕੋਲ ਵੀ ਸਿੱਖੀਜ਼ਮ ਦੀ ਕੋਈ ਡੀਪ ਅੰਡਰਸਟੈਂਡਿੰਗ ਨਹੀਂ ਸੀ। ਜਦੋਂ ਮੈਂ ਉਹਨਾਂ ਕੋਲੋਂ ਪੁੱਛਦੀ ਕਿ ਸਵਰਗ ਨਰਕ ਦਾ ਕਨਸੈਪਟ ਕੀ ਹੈ ਅਤੇ 84 ਲੱਖ ਜੂਨਾਂ ਦੀ ਕੀ ਡਿਟੇਲ ਹੈ, ਨੰਬਰ 1, ਇਹ ਕਿਸ ਨੇ ਦੱਸਿਆ ਹੈ? ਕੀ ਇਹ ਰੱਬ ਦਾ ਹੁਕਮ ਹੈ? ਅਗਰ ਇਹ ਰੱਬ ਦਾ ਹੁਕਮ ਹੈ, ਫਿਰ ਪਹਿਲੀਆਂ ਸਾਰੀਆਂ ਰਿਲੀਜੀਅਸ ਬੁੱਕਾਂ ਵਿੱਚ ਆਦਮ ਅਲੈਹਿਸਲਾਮ ਤੋਂ ਲੈ ਕੇ ਆਖਰੀ ਪੈਗੰਬਰ ਰਸੂਲ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਤੱਕ ਕਿਧਰੇ ਇਹ ਟੀਚਿੰਗ ਮਿਲਦੀਆਂ ਹਨ? ਜਾਂ ਗੁਰੂ ਗ੍ਰੰਥ ਸਾਹਿਬ ਦਾ ਪਿਛਲੀਆਂ ਕਿਤਾਬਾਂ ਵਿੱਚ ਕੋਈ ਲਿੰਕ ਮੌਜੂਦ ਹੈ? ਨੰਬਰ 2, ਮਰਨ ਤੋਂ ਬਾਅਦ ਦੀ ਜ਼ਿੰਦਗੀ ਕੀ ਹੈ ਅਤੇ ਉਸ ਦੇ ਸਟੈਪਸ ਕਿਸ ਤਰ੍ਹਾਂ ਦੇ ਹਨ? ਮੌਤ ਤੋਂ ਲੈ ਕੇ ਸਵਰਗ ਨਰਕ ਦਾ ਕਨਸੈਪਟ ਕਿੱਥੇ ਹੈ? ਇੱਥੇ ਕੁਐਸਚਨ ਇਹ ਪੈਦਾ ਹੁੰਦਾ ਹੈ ਕਿ ਅਗਰ ਅਸੀਂ ਸਵਰਗ ਨਰਕ 'ਤੇ ਯਕੀਨ ਕਰਦੇ ਹਾਂ, ਫਿਰ 84 ਲੱਖ ਜੂਨ ਕੀ ਹੈ? ਇੱਕ ਦੂਸਰੇ ਦੇ ਅਗੇਂਸਟ ਹੈ। ਇਸੇ ਤਰ੍ਹਾਂ ਕੁਝ ਹੋਰ ਚੀਜ਼ਾਂ ਦੀ ਵੀ ਮੈਨੂੰ ਸਮਝ ਨਹੀਂ ਲੱਗਦੀ ਸੀ। ਇਸੇ ਦੌਰਾਨ ਮੈਂ ਅਬਰੋਡ ਆ ਗਈ। ਲਾਈਫ ਇਸੇ ਤਰ੍ਹਾਂ ਗੁਜ਼ਰ ਰਹੀ ਸੀ। ਇਸੇ ਦੌਰਾਨ ਮੈਂ ਡਿਫਰੈਂਟ ਰਿਲੀਜਨ ਦੇ ਲੋਕਾਂ ਨੂੰ ਮਿਲੀ, ਜਿਸ ਵਿੱਚ ਕ੍ਰਿਸਚੀਅਨਿਟੀ, ਜੁਡੇਇਜ਼ਮ ਤੇ ਹਿੰਦੂਇਜ਼ਮ ਦੇ ਲੋਕ ਸਨ। ਮੈਨੂੰ ਹਿੰਦੂਇਜ਼ਮ ਦੇ ਲੋਕਾਂ ਨੂੰ ਮਿਲ ਕੇ ਲੱਗਿਆ ਕਿ ਸਿੱਖੀਜ਼ਮ ਤੇ ਹਿੰਦੂਇਜ਼ਮ ਵਿੱਚ ਕੋਈ ਖਾਸ ਫਰਕ ਨਹੀਂ ਹੈ। ਮੈਂ ਕ੍ਰਿਸਚੀਅਨ ਲੋਕਾਂ ਨੂੰ ਵੀ ਮਿਲੀ, ਚਰਚਾਂ ਵਿੱਚ ਵੀ ਗਈ। ਉੱਥੇ ਵੀ ਲੋਕ ਇੱਕ ਰੱਬ ਨੂੰ ਛੱਡ ਕੇ ਜੀਸਸ ਅਲੈਹਿਸਲਾਮ ਦੀ ਵਰਸ਼ਿਪ ਕਰਦੇ ਹਨ। ਡਿਫਰੈਂਟ ਸੈਕਟ ਜੀਸਸ ਅਲੈਹਿਸਲਾਮ ਨੂੰ ਰੱਬ ਦਾ ਬੇਟਾ ਕਹਿੰਦੇ ਹਨ। ਕੋਈ ਸੈਕਟ ਉਹਨਾਂ ਨੂੰ ਰੱਬ ਹੀ ਕਹਿੰਦੇ ਹਨ। ਕੋਈ ਸੈਕਟ ਕਹਿੰਦੇ ਹਨ ਕਿ ਹੀ ਡਾਈਡ ਫਾਰ ਆਵਰ ਸਿਨਸ। ਇਸੇ ਦੌਰਾਨ ਮੈਂ ਇੱਕ ਅਰਬ ਫੈਮਿਲੀ ਨੂੰ ਮਿਲੀ। ਉਹਨਾਂ ਦੇ ਘਰ ਆਉਣਾ ਜਾਣਾ ਸੀ ਅਤੇ ਕਦੇ ਕਦੇ ਉਹਨਾਂ ਨਾਲ ਫੈਮਿਲੀ ਫੰਕਸ਼ਨ 'ਤੇ ਵੀ ਚਲੇ ਜਾਂਦੇ। ਉੱਥੇ ਹੋਰ ਲੋਕਾਂ ਨਾਲ ਵੀ ਮਿਲਣਾ ਹੁੰਦਾ, ਜਿੱਥੇ ਰਿਲੀਜੀਅਸ ਟੌਪਿਕ 'ਤੇ ਗੱਲਬਾਤ ਵੀ ਹੁੰਦੀ ਸੀ। ਉਹਨਾਂ ਦਾ ਬੇਸ ਆਫ ਲੌਜਿਕ ਤੇ ਰੈਫਰੈਂਸ ਨਾਲ ਗੱਲ ਕਰਨਾ ਮੇਰੇ ਦਿਲ ਨੂੰ ਟੱਚ ਕਰਦਾ ਸੀ। ਮਿਸਾਲ ਦੇ ਤੌਰ 'ਤੇ ਜਦੋਂ ਮੈਂ ਗੁਰਦੁਆਰੇ ਜਾਂਦੀ ਸੀ
ਮੈਂ ਗੁਰੂ ਗ੍ਰੰਥ ਸਾਹਮਣੇ ਖੜੀ ਹੋ ਕੇ ਮੰਗਦੀ ਰੱਬ ਤੋਂ ਹੀ ਹੁੰਦੀ ਸੀ, ਪਰ ਸੈਟਿਸਫੈਕਸ਼ਨ ਨਹੀਂ ਸੀ ਮਿਲਦੀ। ਸਮਥਿੰਗ ਮਿਸਿੰਗ ਲੱਗਦਾ ਸੀ। ਮੈਨੂੰ ਸਮਝ ਨਹੀਂ ਸੀ ਲੱਗਦੀ ਕਿ ਮੈਂ ਗੁਰੂ ਗ੍ਰੰਥ ਸਾਹਿਬ ਅੱਗੇ ਖੜੀ ਹੋ ਕੇ ਰੱਬ ਕੋਲੋਂ ਮੰਗਦੀ ਹਾਂ, ਫਿਰ ਗੁਰੂ ਗ੍ਰੰਥ ਸਾਹਿਬ ਅੱਗੇ ਕਿਉਂ ਖੜੀ ਹੁੰਦੀ ਆ? ਜਦੋਂ ਮੈਂ ਉਹਨਾਂ ਨਾਲ ਇਹ ਪੁਆਇੰਟ ਡਿਸਕਸ ਕੀਤਾ, ਮੈਂ ਉਹਨਾਂ ਕੋਲੋਂ ਪੁੱਛਿਆ ਕਿ ਅਸੀਂ ਕਿਸੇ ਹੋਰ ਦੇ ਥਰੂ ਹੋ ਕੇ ਰੱਬ ਕੋਲੋਂ ਮੰਗ ਸਕਦੇ ਹਾਂ? ਉਹਨਾਂ ਕਿਹਾ ਨਹੀਂ, ਤੁਸੀਂ ਸਿੱਧਾ ਰੱਬ ਕੋਲੋਂ ਹੀ ਮੰਗ ਸਕਦੇ ਹੋ। ਉਹਨਾਂ ਮੈਨੂੰ ਹੋਲੀ ਕੁਰਾਨ ਦਾ ਰੈਫਰੈਂਸ ਦਿੱਤਾ ਕਿ ਰੱਬ ਕਹਿੰਦਾ ਹੈ, ਮੈਂ ਤੁਹਾਡੀ ਸ਼ਾਹਰਗ ਤੋਂ ਵੀ ਤੁਹਾਡੇ ਨੇੜੇ ਹਾਂ, ਤੁਸੀਂ ਸਿੱਧਾ ਮੇਰੇ ਕੋਲੋਂ ਹੀ ਮੰਗੋ। ਯੂ ਓਨਲੀ ਆਸਕ ਫਰੋਮ ਮੀ। ਇੱਥੇ ਮੇਰੇ ਦਿਲ ਵਿੱਚ ਇਹ ਸਵਾਲ ਪੈਦਾ ਹੋਇਆ ਕਿ ਜਿਹੜਾ ਅਸੀਂ ਸਿੱਖ ਰਿਲੀਜਨ ਵਿੱਚ ਗੁਰੂ ਨਾਨਕ ਜਾਂ ਬਾਕੀ ਗੁਰੂਆਂ ਜਾਂ ਗੁਰੂ ਗ੍ਰੰਥ ਸਾਹਿਬ ਅੱਗੇ ਖੜੇ ਹੋ ਕੇ ਜਾਂ ਗੁਰੂਆਂ ਦੀਆਂ ਫੋਟੋਆਂ ਨੂੰ ਮੱਥਾ ਟੇਕਦੇ ਹਾਂ ਜਾਂ ਉਹਨਾਂ ਦੇ ਥਰੂ ਹੋ ਕੇ ਰੱਬ ਕੋਲੋਂ ਮੰਗਦੇ ਹਾਂ, ਕੀ ਇਹ ਸਹੀ ਹੈ? ਸਟਿਲ ਮੈਂ ਇਸੇ ਕਸ਼ਮਕਸ਼ ਵਿੱਚ ਸੀ ਅਤੇ ਸਰਪ੍ਰਾਈਜ਼ ਵੀ ਸੀ ਕਿ ਮੈਂ ਕੁਝ ਨਾ ਕੁਝ ਗਲਤ ਜ਼ਰੂਰ ਕਰ ਰਹੀ ਹਾਂ। ਇਸੇ ਕਰਕੇ ਮੈਂ ਬੇਚੈਨ ਵੀ ਸੀ। ਮੈਂ ਹੋਰ ਰਿਸਰਚ ਲੱਭ ਹੀ ਰਹੀ ਸੀ। ਇੰਨੇ ਨੂੰ ਰੱਬ ਦੀ ਕਰਨੀ ਹੋਈ, ਮੈਨੂੰ ਇੱਕ ਵੱਡੀ ਕੰਪਨੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ, ਜਿੱਥੇ ਡਿਫਰੈਂਟ ਰਿਲੀਜਨ ਦੇ ਲੋਕ ਵੀ ਕੰਮ ਕਰਦੇ ਸਨ ਅਤੇ ਕੁਝ ਮੁਸਲਿਮ ਵੀ ਸਨ। ਮੈਂ ਹਰ ਸੋਮਵਾਰ ਨੂੰ ਸ਼ਿਵ ਜੀ ਦੇ ਵਰਤ ਰੱਖਦੀ ਸੀ। ਇੱਕ ਦਿਨ ਇੱਕ ਫੈਲੋ ਮੁਸਲਿਮ ਕੋਵਰਕਰ ਨੇ ਪੁੱਛ ਲਿਆ ਲੰਚ ਟਾਈਮ ਤੇ ਕਿ ਤੂੰ ਖਾਣਾ ਕਿਉਂ ਨਹੀਂ ਖਾ ਰਹੀ? ਮੈਂ ਕਿਹਾ ਮੈਂ ਫਾਸਟ ਵਿੱਚ ਹਾਂ। ਉਹਨਾਂ ਕਿਹਾ ਸਿੱਖੀਜ਼ਮ ਵਿੱਚ ਫਾਸਟਿੰਗ ਦੀ ਕੀ ਡਿਟੇਲ ਹੈ? ਮੈਂ ਕਿਹਾ ਸਿੱਖੀਜ਼ਮ ਵਿੱਚ ਫਾਸਟ ਜਾਂ ਵਰਤ ਨਹੀਂ ਹਨ, ਮੈਂ ਤਾਂ ਹਿੰਦੂ ਗੋਡ ਸ਼ਿਵ ਜੀ ਦੇ ਵਰਤ ਰੱਖਦੀ ਹਾਂ। ਉਹਨਾਂ ਪੁੱਛਿਆ ਕਿ ਤੂੰ ਸਿੱਖ ਹੋ ਕੇ ਹਿੰਦੂ ਗੋਡ ਸ਼ਿਵ ਜੀ ਦੇ ਵਰਤ ਰੱਖ ਰਹੀ ਹੋ? ਕਿ ਬੀਇੰਗ ਸਿੱਖ ਤੁਹਾਨੂੰ ਹਿੰਦੂਇਜ਼ਮ ਵੀ ਫਾਲੋ ਕਰਨਾ ਪੈਂਦਾ ਹੈ? ਕਿ ਸਿੱਖੀਜ਼ਮ ਐਂਡ ਹਿੰਦੂਇਜ਼ਮ ਸੇਮ ਹਨ? ਮੈਂ ਕਿਹਾ ਨਹੀਂ। ਉਹਨਾਂ ਦੱਸਿਆ ਕਿ ਇਸਲਾਮਿਕ ਟਰਮੀਨੋਲੋਜੀ ਵਿੱਚ ਇਸ ਨੂੰ ਸ਼ਿਰਕ ਕਹਿੰਦੇ ਹਨ। ਜਿਹੜਾ ਰੱਬ ਨੂੰ ਛੱਡ ਕੇ ਕਿਸੇ ਹੋਰ ਲਈ ਰੋਜ਼ੇ ਰੱਖੇ, ਜਿਸ ਦਾ ਮਤਲਬ ਰੱਬ ਨਾਲ ਇਬਾਦਤ ਵਿੱਚ ਹੋਰ ਕਿਸੇ ਦਾ ਹਿੱਸਾ ਪਾਉਣਾ ਹੈ ਅਤੇ ਉਸ ਦੀ ਸਿਫਾਤ ਨਾਲ ਵੀ ਹਿੱਸਾ ਪਾਉਣਾ ਹੈ, ਇਹ ਤਾਂ ਬਹੁਤ ਵੱਡਾ ਗੁਨਾਹ ਹੈ। ਇਸ ਦੀ ਮਾਫੀ ਨਹੀਂ ਹੈ। ਇਸ ਦੇ ਬਾਰੇ ਵਿੱਚ ਕਿਹਾ ਗਿਆ ਹੈ ਕਿ ਸ਼ਿਰਕ ਸਭ ਤੋਂ ਵੱਡਾ ਗੁਨਾਹ ਹੈ। ਰੱਬ ਹੋਲੀ ਕੁਰਾਨ ਵਿੱਚ ਸੂਰਾ ਲੁਕਮਾਨ ਵਿੱਚ ਆਇਆ 13 ਵਿੱਚ ਕਹਿ ਰਹੇ ਹਨ ਕਿ ਸ਼ਿਰਕ ਬਹੁਤ ਵੱਡਾ ਜ਼ੁਲਮ ਹੈ, ਕਿ ਮੈਂ ਤੁਹਾਡੇ ਸਾਰੇ ਗੁਨਾਹ ਮਾਫ ਕਰ ਦਿਆਂਗਾ, ਲੇਕਿਨ ਸ਼ਿਰਕ ਕਰਨ ਵਾਲੇ ਨੂੰ ਕਦੇ ਮਾਫ ਨਹੀਂ ਕਰਾਂ। ਨੋ ਫੋਰਗਿਵਨੈਸ ਫॉर ਸ਼ਿਰਕ। ਇੱਥੇ ਮੈਨੂੰ ਇੱਕ ਕਦਮ ਹੋਰ ਅੱਗੇ ਵਧਣ ਦਾ ਮੌਕਾ ਮਿਲਿਆ। ਮੈਂ ਆਪਣੇ ਕੋਵਰਕਰ ਨੂੰ ਪੁੱਛਿਆ ਕਿ ਮੈਨੂੰ ਸਿੱਧੇ ਰਸਤੇ ਤੇ ਆਉਣ ਲਈ ਕੀ ਕਰਨਾ ਪੈਣਾ ਹੈ। ਉਹਨਾਂ ਕਿਹਾ ਕਿ ਤੂੰ ਆਪਣੇ ਰਿਲੀਜਨ ਵਿੱਚ ਰੱਬ ਦੇ ਕਨਸੈਪਟ ਦੀ ਸਟੱਡੀ ਕਰ ਅਤੇ ਰੀਅਲ ਟੀਚਿੰਗ ਆਫ ਯੂਅਰ ਬੁੱਕਸ। ਮੈਂ ਸਟੱਡੀ ਕਰਨੀ ਸ਼ੁਰੂ ਕਰ ਦਿੱਤੀ। ਇੱਥੇ ਮੈਂ ਤੁਹਾਡੇ ਨਾਲ ਕੁਝ ਬੇਸਿਕ ਚੀਜ਼ਾਂ ਸ਼ੇਅਰ ਕਰਨ ਜਾ ਰਹੀ ਹਾਂ ਜੋ ਮੈਂ ਸਟੱਡੀ ਕੀਤਾ। ਇੱਥੇ ਮੈਂ ਤੁਹਾਨੂੰ ਸਿੱਖੀਜ਼ਮ ਬਾਰੇ ਵੀ ਥੋੜ੍ਹਾ ਜਿਹਾ ਇਨਲਾਈਟ ਕਰਨਾ ਚਾਹੁੰਦੀ ਹਾਂ। ਸਿੱਖੀਜ਼ਮ ਇੱਕ ਮੋਨੋਥੀਇਸਟਿਕ ਰਿਲੀਜਨ ਹੈ। ਇੱਕ ਰੱਬ ਨੂੰ ਮੰਨਣਾ ਤੌਹੀਦ ਦਾ ਕਨਸੈਪਟ ਹੈ। ਇਸ ਦੇ ਬਾਨੀ, ਇਸ ਦੇ ਫਾਊਂਡਰ ਗੁਰੂ ਨਾਨਕ ਦੇਵ ਜੀ ਹਨ। ਸਿੱਖੀਜ਼ਮ 15ਵੀਂ ਸਦੀ ਵਿੱਚ 5 ਰਿਵਰ ਦੀ ਲੈਂਡ ਪੰਜਾਬ ਵਿੱਚ ਫਾਊਂਡ ਹੋਇਆ। ਗੁਰੂ ਨਾਨਕ ਦੇਵ ਜੀ ਸ਼ਤਰਾ ਫੈਮਿਲੀ ਵਿੱਚੋਂ ਸਨ ਅਤੇ ਉਹ ਸੂਫੀਇਜ਼ਮ ਤੋਂ ਵੀ ਇਨਫਲੂਐਂਸ ਸਨ। ਇਸੇ ਕਰਕੇ ਸਿੱਖੀਜ਼ਮ ਤੇ ਸੂਫੀਇਜ਼ਮ ਦੀ ਟੀਚਿੰਗ ਮਿਲਦੀ ਜੁਲਦੀ ਹੈ। ਸਿੱਖ ਵਰਡ ਸਿੱਸਿਆ ਤੋਂ ਬਣਿਆ ਹੈ, ਜਿਸ ਦਾ ਮਤਲਬ ਸਟੂਡੈਂਟ ਹੈ। ਸਿੱਖ ਦਾ ਮਤਲਬ ਹੈ ਕਿ ਸਿੱਖੋ, ਲਰਨ ਕਰੋ। ਸਿੱਖ ਦਾ ਮਤਲਬ ਸੀਕਰ ਆਫ ਨੌਲੇਜ, ਸੀਕਰ ਆਫ ਟਰੂਥ ਵੀ ਹੈ। ਜਿਸ ਤਰ੍ਹਾਂ ਉਰਦੂ ਵਿੱਚ ਤਾਲਿਬ ਦਾ ਮਤਲਬ ਸਟੂਡੈਂਟ ਹੈ, ਸੀਕਰ ਆਫ ਨੌਲੇਜ, ਜਿਸ ਨੂੰ ਅਫਗਾਨਿਸਤਾਨ ਵਿੱਚ ਤਾਲੀਬਾਨ ਵੀ ਕਹਿੰਦੇ ਹਨ। ਸਿੱਖੀਜ਼ਮ ਵਿੱਚ 5 ਚੀਜ਼ਾਂ ਮੇਨਟੇਨ ਰੱਖਣੀਆਂ ਹੁੰਦੀਆਂ ਹਨ: ਕੇਸ, ਕੰਘਾ, ਕੱਛਾ, ਕਿਰਪਾਨ ਤੇ ਕੜਾ। ਸਿੱਖੀਜ਼ਮ ਵਿੱਚ 10 ਗੁਰੂਆਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਿਆ ਜਾਂਦਾ ਹੈ। ਸਿੱਖੀਜ਼ਮ ਵਿੱਚ ਮੂਰਤੀ ਪੂਜਾ ਕਰਨਾ ਮਨਾ ਹੈ। ਇੱਕ ਰੱਬ ਨੂੰ ਮੰਨਣਾ ਤੌਹੀਦ ਦਾ ਕਨਸੈਪਟ ਹੈ। ਸਿੱਖੀਜ਼ਮ ਵਿੱਚ ਕੁਝ ਚੀਜ਼ਾਂ ਹਿੰਦੂਇਜ਼ਮ ਤੇ ਇਸਲਾਮ ਤੋਂ ਲਈਆਂ ਗਈਆਂ ਹਨ, ਜਿਵੇਂ ਕਿ ਕੁਰਾਨ ਵਿੱਚ ਸੂਰਾ ਇਖਲਾਸ ਅਤੇ ਗੁਰੂ ਗ੍ਰੰਥ ਸਾਹਿਬ ਵਿੱਚ ਜਪਜੀ ਸਾਹਿਬ ਦੀ ਪਹਿਲੀ ਪੌੜੀ ਦਾ ਮਤਲਬ ਸੇਮ ਹੈ। ਫਾਰ ਐਗਜ਼ਾਮਪਲ, ਪਹਿਲੀ ਪੌੜੀ ਜਪਜੀ ਸਾਹਿਬ ਵਿੱਚ ਇਸ ਤਰ੍ਹਾਂ ਹੈ: ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ।
ਆਦਿ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਭੀ ਸੱਚ। ਜਿਸ ਦੀ ਵਿਆਖਿਆ ਤਰਜਮਾ ਇਹ ਹੈ, ਵਾਹਿਗੁਰੂ ਇੱਕ ਹੈ, ਜਿਸ ਤੋਂ ਸਾਰਾ ਸੰਸਾਰ ਹੈ, ਜੋ ਸਭ ਦਾ ਪ੍ਰਕਾਸ਼ਕ ਹੈ, ਅਤੇ ਵਾਹਿਗੁਰੂ ਦਾ ਨਾਮ ਤਿੰਨਾਂ ਕਾਲਾਂ ਵਿੱਚ ਸੱਚ ਹੈ, ਪਾਸਟ, ਪ੍ਰੈਜ਼ੈਂਟ ਤੇ ਫਿਊਚਰ। ਉਹ ਭੈ ਤੋਂ ਰਹਿਤ ਤੇ ਬੈਰ ਤੋਂ ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, ਭਾਵ ਰੱਬ ਦਾ ਸਰੂਪ ਨਾਸ਼ ਰਹਿਤ ਹੈ, ਜੋ ਜੂਨਾਂ ਵਿੱਚ ਨਹੀਂ ਆਉਂਦਾ, ਜੋ ਆਪਣੇ ਆਪ ਤੋਂ ਹੀ ਪ੍ਰਕਾਸ਼ਮਾਨ ਹੈ। ਸਤਿਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੁਆਰਾ ਹੀ ਰੱਬ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਨਾਨਕ ਦੇਵ ਜੀ ਦੀਆਂ ਟੀਚਿੰਗਸ ਰੱਬ ਤੋਂ ਬਿਨਾਂ ਕਿਸੇ ਹੋਰ ਅੱਗੇ ਨਾ ਝੁਕਣਦੀਆਂ ਸਨ। ਉਹਨਾਂ ਦੇ ਸ਼ਲੋਕਾਂ ਤੋਂ ਵੀ ਪਤਾ ਲੱਗਦਾ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਇਹੀ ਸਿੱਖ ਰਿਲੀਜਨ ਦੀ ਬੁਨਿਆਦ ਹੈ। ਮੈਨੂੰ ਸਟੱਡੀ ਕਰਕੇ ਜਿੱਥੇ ਕੰਟਰਾਡਿਕਸ਼ਨਸ ਲੱਗੀਆਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਲਿਖਿਆ ਕਿ ਤੁਸੀਂ ਗੁਰੂ ਨਾਨਕ ਦੇਵ ਜੀ ਨੂੰ ਜਾਂ ਗੁਰੂ ਗ੍ਰੰਥ ਸਾਹਿਬ ਜਾਂ ਬਾਕੀ ਗੁਰੂਆਂ ਜਾਂ ਉਹਨਾਂ ਦੀਆਂ ਤਸਵੀਰਾਂ ਜਾਂ ਉਹਨਾਂ ਦੀਆਂ ਮੂਰਤੀਆਂ ਅੱਗੇ ਝੁਕੋ ਜਾਂ ਮੱਥਾ ਟੇਕੋ। ਜਿੰਨਾ ਵੀ ਮੈਂ ਸਿੱਖੀਜ਼ਮ ਵਿੱਚ ਸਟੱਡੀ ਕੀਤਾ, ਉਹ ਤਾਂ ਗੁਰੂ ਗ੍ਰੰਥ ਸਾਹਿਬ ਤੇ ਉਹਨਾਂ ਦੀ ਟੀਚਿੰਗ ਦੇ ਖਿਲਾਫ ਸੀ, ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਤਾਂ ਹਮੇਸ਼ਾ ਇੱਕ ਰੱਬ ਅੱਗੇ ਹੀ ਝੁਕਣ ਬਾਰੇ ਦੱਸਿਆ ਸੀ। ਮੈਂ ਇਹ ਵੀ ਸਟੋਰੀ ਸੁਣੀ ਸੀ ਕਿ ਗੁਰੂ ਨਾਨਕ ਦੇਵ ਜੀ ਮੱਕਾ ਸ਼ਹਿਰ ਗਏ ਸਨ, ਜਿੱਥੇ ਖਾਨਾ ਕਾਬਾ ਹੈ। ਜਦੋਂ ਮੈਂ ਰਿਸਰਚ ਕੀਤਾ, ਪਤਾ ਲੱਗਿਆ ਕਿ ਗੈਰ ਮੁਸਲਿਮ ਖਾਨਾ ਕਾਬਾ ਜਾ ਹੀ ਨਹੀਂ ਸਕਦੇ। ਮੈਂ 1-2 ਵਾਰ ਮੱਕੇ ਜਾ ਕੇ ਵੀ ਦੇਖਿਆ। ਜੋ ਸੜਕਾਂ ਖਾਨਾ ਕਾਬਾ ਵੱਲ ਜਾਂਦੀਆਂ ਹਨ, ਉਹਨਾਂ ਤੇ 2-3 ਮੀਲ ਪਹਿਲਾਂ ਹੀ ਲਿਖਿਆ ਹੋਇਆ ਹੈ ਕਿ ਗੈਰ ਮੁਸਲਿਮ ਇਸ ਏਰੀਏ ਵਿੱਚ ਅਲਾਉ ਨਹੀਂ ਹਨ। ਪੋਸੀਬਲ ਹੈ ਕਿ ਗੁਰੂ ਨਾਨਕ ਦੇਵ ਜੀ ਸੂਫੀਇਜ਼ਮ ਤੋਂ ਤਾਂ ਇਨਸਪਾਇਰ ਸੀ ਹੀ, ਜਿਵੇਂ ਕਿ ਸ਼ੇਖ ਫਰੀਦ, ਬਾਬਾ ਬੁੱਲੇ ਸ਼ਾਹ। ਇੱਕ ਹੋਰ ਗੱਲ ਮੇਰੀ ਸਮਝ ਨਹੀਂ ਸੀ ਆ ਰਹੀ ਕਿ ਸਿੱਖੀਜ਼ਮ ਵਿੱਚ ਸਵਰਗ ਨਰਕ ਫਰਿਸ਼ਤਿਆਂ ਦਾ ਕਨਸੈਪਟ ਤਾਂ ਹੈ, ਪਰ ਰੈਫਰੈਂਸ ਨਹੀਂ ਹੈ। ਜਿਵੇਂ ਕਿ ਪ੍ਰੋਫਟ ਆਦਮ ਅਲੈਹਿਸਲਾਮ ਤੋਂ ਲੈ ਕੇ ਜਿੰਨੇ ਵੀ ਪ੍ਰੋਫਿਟਸ ਆਏ, ਪ੍ਰੋਫਟ ਮੁਹੰਮਦ ਪੀਸ ਬੀ ਅਪੋਨ them all, ਉਹਨਾਂ ਸਾਰਿਆਂ ਪ੍ਰੋਫਿਟਸ ਦਾ ਰੈਫਰੈਂਸ ਪਹਿਲੀਆਂ ਸਾਰੀਆਂ ਕਿਤਾਬਾਂ ਵਿੱਚ ਮੌਜੂਦ ਹੈ, ਪਰ ਸਿੱਖੀਜ਼ਮ ਬਾਰੇ ਨਹੀਂ ਹੈ। ਮੈਂ ਇਸ ਸਿੱਖੀਜ਼ਮ ਦੀਆਂ ਅਥਾਰਟੀਜ਼ ਨੂੰ ਵੀ ਪੁੱਛਿਆ, ਮੈਨੂੰ ਉਹਨਾਂ ਕੋਲੋਂ ਕੋਈ ਲੌਜਿਕ ਜਵਾਬ ਨਹੀਂ ਮਿਲਿਆ। ਇਸੇ ਦੌਰਾਨ ਜਦੋਂ ਮੈਂ ਮੁਸਲਿਮ ਲੋਕਾਂ ਕੋਲੋਂ ਕੋਈ ਗੱਲ ਜਾਂ ਕੋਈ ਸਵਾਲ ਪੁੱਛਦੀ, ਉਹਨਾਂ ਕੋਲੋਂ ਮੈਨੂੰ ਰੈਫਰੈਂਸ ਨਾਲ ਜਵਾਬ ਮਿਲਦੇ ਰਹੇ। ਫਿਰ ਮੇਰੇ ਕੋਵਰਕਰ ਨੇ ਮੈਨੂੰ ਐਡਵਾਈਜ਼ ਕੀਤਾ ਕਿ ਤੂੰ ਰੱਬ ਕੋਲੋਂ ਹਦਾਇਤ ਮੰਗ, ਤੂੰ ਸਜਦੇ ਵਿੱਚ ਜਾ ਕੇ ਰੱਬ ਅੱਗੇ ਦੁਆ ਕਰ ਕਿ ਤੂੰ ਮੈਨੂੰ ਆਪਣਾ ਸਿੱਧਾ ਰਸਤਾ ਦਿਖਾ ਦੇ ਜੋ ਸਵਰਗ ਵੱਲ ਜਾਂਦਾ ਹੈ। ਉਹਨਾਂ ਕਿਹਾ ਕਿ ਤੂੰ ਯੂਸਫ ਏਸਟਰਸ ਦੀ ਸਟੋਰੀ ਸੁਣ, ਜਿਹੜੇ ਕਿ ਕ੍ਰਿਸਚੀਅਨ ਸਕਾਲਰ ਤੇ ਮਿਸ਼ਨਰੀ, ਪ੍ਰੀਚਰ ਅਤੇ ਬਿਜ਼ਨਸਮੈਨ ਸਨ। ਕਿਵੇਂ ਉਹ ਸੱਚ ਨੂੰ ਝੁਠਲਾ ਨਹੀਂ ਸਕੇ। ਉਹਨਾਂ ਦੀ ਸਟੋਰੀ ਨੇ ਵੀ ਮੇਰੀ ਬੜੀ ਹੈਲਪ ਕੀਤੀ। ਫਿਰ ਮੈਂ ਲੋਰੈਂਸ ਬਰਾਊਨ ਨੂੰ ਸੁਣਿਆ ਅਤੇ ਡਾਕਟਰ ਬਿਲਾਲ ਫਿਲਿਪ, ਜਿਨ੍ਹਾਂ ਨੇ ਇਸਲਾਮਿਕ ਆਨਲਾਈਨ ਯੂਨੀਵਰਸਿਟੀ ਬਣਾਈ ਹੈ ਇਸਲਾਮ ਵਿੱਚ ਆਉਣ ਤੋਂ ਬਾਅਦ, ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਆਨਲਾਈਨ ਯੂਨੀਵਰਸਿਟੀ ਹੈ। ਅਤੇ ਮੈਂ ਅਬੂ ਗ੍ਰੀਨ ਦੀ ਵੀ ਸਟੋਰੀ ਸੁਣੀ ਅਤੇ ਡਾਕਟਰ ਜ਼ਾਕਿਰ ਨਾਇਕ ਅਤੇ ਇਹਨਾਂ ਸਾਰਿਆਂ ਦੇ ਲੈਕਚਰ ਵੀ ਸੁਣਦੀ ਰਹੀ। ਨਾਲ ਮੈਂ ਕੁਰਾਨ ਅਤੇ ਗੁਰੂ ਨਾਨਕ ਦੀਆਂ ਟੀਚਿੰਗ ਵੀ, ਉਹਨਾਂ ਵਿੱਚੋਂ ਵੀ ਰੈਫਰੈਂਸ ਦੇਖਦੀ ਸੀ। ਫਿਰ ਮੈਂ ਕਨਵਰਟਡ ਮੁਸਲਮਾਨਾਂ ਨੂੰ ਵੀ ਮਿਲਣਾ ਸ਼ੁਰੂ ਕੀਤਾ, ਜਿਨ੍ਹਾਂ ਵਿੱਚ ਕ੍ਰਿਸਚੀਅਨ, ਹਿੰਦੂ ਤੇ ਸਿੱਖ ਵੀ ਸਨ। ਸਿੱਖ ਆਮ ਤੌਰ ਤੇ ਹਾਈਡ ਹੀ ਰੱਖਣਾ ਪਸੰਦ ਕਰਦੇ ਹਨ। ਉਹਨਾਂ ਦੀਆਂ ਸਟੋਰੀਆਂ ਤੇ ਸਟਰਗਲ ਨੇ ਮੈਨੂੰ ਬਹੁਤ ਇਨਸਪਾਇਰ ਕੀਤਾ ਅਤੇ ਗੁਰੂ ਨਾਨਕ ਦੇਵ ਜੀ ਦੀਆਂ ਰੀਅਲ ਟੀਚਿੰਗ ਨੇ ਵੀ, ਜੋ ਮੈਂ ਤੁਹਾਨੂੰ ਨੈਕਸਟ ਵੀਡੀਓ ਵਿੱਚ ਡਿਟੇਲ ਨਾਲ ਐਕਸਪਲੇਨ ਕਰਾਂਗੀ, ਕਿਉਂਕਿ ਮੈਂ ਆਪਣੇ ਟੌਪਿਕ ਤੋਂ ਹਟਣਾ ਨਹੀਂ ਚਾਹੁੰਦੀ। ਗੁਰੂ ਨਾਨਕ ਦੀਆਂ ਟੀਚਿੰਗਸ ਇੱਕ ਰੱਬ ਨੂੰ ਮੰਨਣਾ ਅਤੇ ਪ੍ਰੋਫਿਟ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੂੰ ਐਜ਼ ਏ ਲਾਸਟ ਤੇ ਫਾਈਨਲ ਪ੍ਰੋਫਿਟ ਮੰਨਣ ਦੀਆਂ ਹਨ। ਜਦੋਂ ਮੈਂ ਇਹ ਸਾਰਾ ਰਿਸਰਚ ਕੀਤਾ, ਮੇਰੇ ਕੋਲ ਕੋਈ ਚੁਆਇਸ ਨਹੀਂ ਬਚੀ ਇਹ ਕਹਿਣ ਤੋਂ ਸਿਵਾ, ਅਸ਼ਹਦੁ ਅੱਲਾ ਇਲਾਹਾ ਇਲੱਲਾਹੁ ਵ ਅਸ਼ਹਦੁ ਅੰਨਾ ਮੁਹੰਮਦਨ ਅਬਦੁਹੁ ਵ ਰਸੂਲੁਹੁ। ਮੈਂ ਗਵਾਹੀ ਦਿੰਦੀ ਹਾਂ, ਰੱਬ ਤੋਂ ਬਿਨਾਂ ਕੋਈ ਇਬਾਦਤ ਦੇ ਕਾਬਲ ਨਹੀਂ। ਮੈਂ ਗਵਾਹੀ ਦਿੰਦੀ ਹਾਂ, ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਉਸ ਦੇ ਬੰਦੇ ਤੇ ਰਸੂਲ ਹਨ। ਇਸ ਗੱਲ ਨੂੰ ਅਰਬੀ ਵਿੱਚ ਸ਼ਹਾਦਾ ਕਹਿੰਦੇ ਹਨ ਜਾਂ ਕਲਮਾ ਪੜ੍ਹਨਾ ਵੀ ਕਹਿੰਦੇ ਹਨ। ਇਹ ਕਲਮਾ ਸਵਰਗ ਵਿੱਚ ਜਾਣ ਦੀ ਚਾਬੀ ਹੈ।
ਜਿਹੜਾ ਬੰਦਾ ਦਿਲ ਤੋਂ ਇਸ ਕਲਮੇ ਦਾ ਇਕਰਾਰ ਕਰੇਗਾ, ਉਹ ਬੰਦਾ ਸਿੱਧੇ ਰਸਤੇ ਦੇ ਪਹਿਲੇ ਸਟੈਪ ਤੇ ਆ ਗਿਆ। ਅਗਲਾ ਕਦਮ ਕੀ ਹੈ? ਰੱਬ ਤੇ ਈਮਾਨ ਲਿਆਉਣਾ ਤੇ ਉਸ ਦੇ ਫਰਿਸ਼ਤਿਆਂ ਤੇ ਉਸ ਦੀਆਂ ਕਿਤਾਬਾਂ ਤੇ ਅਤੇ ਸਾਰੇ ਪ੍ਰੋਫਿਟਸ, ਪੀਸ ਬੀ ਅਪਨ them all, ਅਤੇ ਆਖਰੀ ਦਿਨ ਤੇ, ਜਿਸ ਨੂੰ ਡੇ ਆਫ ਜੱਜਮੈਂਟ ਕਹਿੰਦੇ ਹਨ ਜਾਂ ਹਿਸਾਬ ਕਿਤਾਬ ਦਾ ਦਿਨ ਕਹਿੰਦੇ ਹਨ, ਜਿਸ ਦਿਨ ਜੰਮਣ ਤੋਂ ਲੈ ਕੇ ਮਰਨ ਤੱਕ ਦੇ ਹਰ ਸੈਕਿੰਡ ਦਾ ਹਿਸਾਬ ਰੱਬ ਲਏਗਾ। ਫਿਰ ਪ੍ਰੀ ਡਿਸਟਨੀ ਤੇ ਅਗਲੀ ਲਾਈਫ ਪੈਰਾਡਾਈਜ਼ ਜਾਂ ਹੈਲ, ਜਿਸ ਨੂੰ ਪੰਜਾਬੀ ਵਿੱਚ ਸਵਰਗ ਨਰਕ ਕਹਿੰਦੇ ਹਨ। ਜਿਹੜਾ ਬੰਦਾ ਇਹਨਾਂ ਚੀਜ਼ਾਂ ਤੇ ਬਲੀਵ ਕਰੇਗਾ ਉਸ ਨੂੰ ਬਲੀਵਰ ਕਹਿੰਦੇ ਹਨ, ਰੱਬ ਨੂੰ ਮੰਨਣ ਵਾਲਾ ਕਹਿੰਦੇ ਹਨ। ਅਗਰ ਇਹਨਾਂ ਵਿੱਚੋਂ ਇੱਕ ਚੀਜ਼ ਵੀ ਮਿਸਿੰਗ ਹੈ, ਉਹ ਬਲੀਵਰ ਦੀ ਕੈਟਾਗਰੀ ਵਿੱਚ ਨਹੀਂ ਆਂਦਾ। ਮੈਂ ਰੱਬ ਦਾ ਸ਼ੁਕਰ ਅਦਾ ਕਰਦੀ ਹਾਂ ਕਿ ਉਸ ਨੇ ਮੈਨੂੰ ਸਿੱਧੇ ਰਸਤੇ ਤੇ ਆਉਣ ਦੀ ਹਦਾਇਤ ਦਿੱਤੀ। ਇੱਥੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਰੱਬ ਉਸ ਨੂੰ ਹੀ ਹਦਾਇਤ ਦਿੰਦਾ ਹੈ ਜਿਹੜਾ ਉਸ ਕੋਲੋਂ ਸੱਚੇ ਦਿਲ ਨਾਲ ਹਦਾਇਤ ਮੰਗਦਾ ਹੈ। ਮੈਂ ਇੱਥੇ ਇਹ ਵੀ ਦੱਸ ਕੇ ਤੁਹਾਡੇ ਲਈ ਆਸਾਨ ਕਰਨਾ ਚਾਹੁੰਦੀ ਹਾਂ ਕਿ ਹਦਾਇਤ ਜਾਂ ਸਿੱਧੇ ਰਸਤੇ ਤੇ ਆਉਣ ਲਈ ਕੀ ਕਰਨਾ ਚਾਹੀਦਾ ਹੈ। ਨੰਬਰ 1, ਆਪਣੇ ਦਿਲ ਨੂੰ ਸਾਫ਼ ਕਰੋ ਆਪਣੇ ਰੱਬ ਲਈ। ਨੰਬਰ 2, ਉਸ ਅੱਗੇ ਝੁਕ ਕੇ ਸਜਦੇ ਵਿੱਚ ਜਾ ਕੇ ਉਸ ਕੋਲੋਂ ਸਿੱਧੇ ਰਸਤੇ ਦੀ ਹਦਾਇਤ ਮੰਗੋ। ਨੰਬਰ 3, ਆਪਣੇ ਦਿਲ ਨੂੰ ਓਪਨ ਕਰਕੇ ਗੌਰ ਕਰੋ ਕਿ ਰੱਬ ਨੇ ਸਾਨੂੰ ਕਿਉਂ ਪੈਦਾ ਕੀਤਾ ਅਤੇ ਉਹ ਸਾਡੇ ਕੋਲੋਂ ਕੀ ਚਾਹੁੰਦਾ ਹੈ। ਕੀ ਅਸੀਂ ਉਸ ਦੀ ਚਾਹਤ ਦੇ ਹਿਸਾਬ ਨਾਲ ਚੱਲ ਰਹੇ ਹਾਂ? ਕਿ ਜਿਹੜਾ ਰਸਤਾ ਰੱਬ ਨੇ ਸਾਨੂੰ ਦੱਸਿਆ ਹੈ, ਅਸੀਂ ਉਸ ਉੱਪਰ ਹਾਂ ਵੀ ਕਿ ਨਹੀਂ? ਅਗਰ ਅਸੀਂ ਕਲੇਮ ਕਰਦੇ ਹਾਂ ਕਿ ਸਿੱਧੇ ਰਸਤੇ ਤੇ ਹਾਂ, ਉਸ ਦਾ ਪ੍ਰੂਫ ਕੀ ਹੈ? ਆਪਣੇ ਦਿਲ ਨੂੰ ਓਪਨ ਕਰਕੇ ਆਥੈਂਟਿਕ ਸਕਾਲਰਾਂ ਕੋਲੋਂ ਕੁਐਸਚਨ ਕਰੋ। ਜਦੋਂ ਆਥੈਂਟਿਕ ਜਵਾਬ ਮਿਲ ਜਾਵੇ ਤਾਂ ਉਸ ਨੂੰ ਐਕਸੈਪਟ ਕਰੋ। ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜਾਏਗਾ। ਖੁਦ ਵੀ ਸਟੱਡੀ ਕਰੋ ਬੇਸ ਔਨ ਰੀਅਲ ਟੀਚਿੰਗ। ਇਨਸ਼ਾਅੱਲਾ ਰੱਬ ਤੁਹਾਨੂੰ ਹਦਾਇਤ ਦੇਵੇਗਾ, ਕਿਉਂਕਿ ਉਸਨੇ ਹੋਲੀ ਕੁਰਾਨ ਵਿੱਚ ਵਾਅਦਾ ਕੀਤਾ ਹੈ ਕਿ ਜਿਹੜਾ ਮੇਰੇ ਕੋਲੋਂ ਹਦਾਇਤ ਮੰਗੇਗਾ ਮੈਂ ਉਸ ਨੂੰ ਸਿੱਧਾ ਰਸਤਾ ਦਿਖਾਵਾਂਗਾ। ਪ੍ਰੋਫਟ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੇ ਵੀ ਦੱਸਿਆ ਹੈ ਕਿ ਜਦੋਂ ਤੁਸੀਂ ਰੱਬ ਵੱਲ ਇੱਕ ਕਦਮ ਵਧਾਓਗੇ, ਰੱਬ ਤੁਹਾਡੇ ਵੱਲ 10 ਕਦਮ ਵਧਾਏਗਾ। ਅਗਰ ਤੁਸੀਂ ਰੱਬ ਵੱਲ ਚੱਲਣਾ ਸ਼ੁਰੂ ਕਰੋਗੇ, ਉਹ ਤੁਹਾਡੇ ਵੱਲ ਦੌੜ ਕੇ ਆਏਗਾ। ਸੁਬਹਾਨ ਅੱਲਾ, ਗਲੋਰੀ ਵੀ ਟੂ ਅੱਲਾ। ਰੱਬ ਇੰਨਾ ਗ੍ਰੇਟ ਹੈ, ਉਹ ਸਾਡੀ ਵਾਰਮ ਵੈਲਕਮ ਨਾਲ ਉਡੀਕ ਕਰ ਰਿਹਾ ਹੈ। ਹਾਏ ਅਫਸੋਸ, ਅਸੀਂ ਕਿੱਥੇ ਭੁੱਲੇ ਫਿਰਦੇ ਹਾਂ ਉਸ ਅਜ਼ੀਮ ਹਸਤੀ ਨੂੰ ਛੱਡ ਕੇ, ਉਸ ਖਾਲਿਕ, ਮਾਲਿਕ, ਗਫੂਰ ਰਹੀਮ, ਕਰੀਮ, ਰਹਿਮਾਨ, ਰਹੀਮ ਨੂੰ ਛੱਡ ਕੇ ਉਸ ਦੀ ਬਣਾਈ ਮਖਲੂਕ ਅੱਗੇ ਝੁਕਦੇ ਫਿਰਦੇ ਹਾਂ। ਬੰਦਾ ਆਪਣਾ ਗ੍ਰੇਡ ਇੰਨਾ ਲੋ ਕਰ ਲੈਂਦਾ ਹੈ ਕਿ ਮਾਲਿਕ ਨੂੰ ਛੱਡ ਕੇ ਉਸ ਦੀਆਂ ਬਣਾਈਆਂ ਮਾਮੂਲੀ ਚੀਜ਼ਾਂ ਅੱਗੇ ਝੁਕਦਾ ਫਿਰਦਾ ਹੈ। ਹਾਏ ਅਫਸੋਸ, ਇਨਸਾਨ ਦਾ ਮੁਕਾਮ ਰੱਬ ਨੇ ਬਹੁਤ ਵੱਡਾ ਬਣਾਇਆ ਹੈ। ਉਹ ਖੁਦ ਹੀ ਆਪਣਾ ਮੁਕਾਮ ਗਿਰਾਉਂਦਾ ਫਿਰਦਾ ਹੈ। ਇਸ ਤੇ ਗੌਰ ਕਰਨ ਦੀ ਲੋੜ ਹੈ। ਪਲੀਜ਼ ਸੋਚੋ, ਪਲੀਜ਼ ਥਿੰਕ ਅਬਾਊਟ ਯੂਅਰ ਕ੍ਰੀਏਟਰ ਐਂਡ ਸਾਈਨਸ ਅਰਾਊਂਡ ਯੂ ਫਰੋਮ ਯੂਅਰ ਕ੍ਰੀਏਟਰ। There is signs in everything he created. ਅੱਲਾਹ ਸੁਬਹਾਨਹੁ ਤਾਲਾ ਸੂਰਾ ਅਲ ਇਮਰਾਨ ਆਇਆ 190 ਵਿੱਚ ਦੱਸ ਰਹੇ ਹਨ, ਇਨ ਫੀ ਖਲਕਿ ਸਮਾਵਾਤੀ ਵਲ ਅਰਦੀ ਵਖਤਿਲਾਫਿ ਲੱਯਲੀ ਵੰਨਹਾਰੀ ਲਆਯਾਤਿਨ ਲਿਉਲਿਲ ਅਲਬਾਬ। ਇੰਡੀਡ, ਧਰਤੀ ਤੇ ਅਸਮਾਨਾਂ ਦੇ ਸਿਰਜਣ ਵਿੱਚ ਅਤੇ ਰਾਤ ਦਿਨ ਦੇ ਵਾਰੋ ਵਾਰੀ ਆਉਣ ਵਿੱਚ ਸਮਝਦਾਰ ਲੋਕਾਂ ਲਈ ਬਹੁਤ ਨਿਸ਼ਾਨੀਆਂ ਹਨ ਜੋ ਕੋਈ ਗੌਰ ਕਰਦਾ ਹੈ। ਫਿਰ ਅੱਲਾਹ ਸੁਬਹਾਨਹੁ ਤਾਲਾ ਨੇ ਸੂਰਾ ਅਲ ਇਮਰਾਨ ਆਇਆ 192 ਵਿੱਚ ਦੱਸਿਆ ਹੈ, الذين يذكرون الله قياما وقعودا وعلى جنوبهم ويتفكرون في خلق السماوات والأرض ربنا ما خلقت هذا باطلا سبحانك فقنا عذاب النار। ਜਿਹੜੇ ਉੱਠਦੇ ਵਹਿੰਦੇ ਅਤੇ ਲੇਟਦੇ ਹਰ ਹਾਲ ਵਿੱਚ ਰੱਬ ਦਾ ਸਿਮਰਨ ਕਰਦੇ ਹਨ ਅਤੇ ਡੀਪਲੀ ਜ਼ਮੀਨ ਤੇ ਅਸਮਾਨਾਂ ਦੀ ਬਣਤਰ ਵਿੱਚ ਸੋਚ ਵਿਚਾਰ ਕਰਦੇ ਹਨ, ਉਹ ਬੇਇਖਤਿਆਰ ਆਖਣ ਲੱਗ ਜਾਂਦੇ ਹਨ, ਆਵਰ ਲਾਰਡ, ਸਾਡੇ ਰੱਬ, ਇਹ ਸਭ ਕੁਝ ਤੂੰ ਐਵੇਂ ਹੀ ਬੇਅਰਥ ਹੀ ਨਹੀਂ ਬਣਾਇਆ। ਤੂੰ ਪਾ ਕੇ ਇਸ ਗੱਲੋਂ ਕਿ ਬੇਅਰਥ ਕੰਮ ਕਰੇ, ਸੋ ਰੱਬਾ ਸਾਨੂੰ ਨਰਕ ਦੇ ਅਜ਼ਾਬ ਤੋਂ ਬਚਾ ਲੈ। ਅਗੇਨ ਮੈਂ ਰੱਬ ਦਾ ਬਹੁਤ ਧੰਨਵਾਦ ਕਰਦੀ ਹਾਂ
I am very thankful to Allah subhanahu wa ta'ala. He paved the way for me through his guidance and through his guided people. ਜਿਨ੍ਹਾਂ ਵਿੱਚੋਂ one of my great friend ਗੁਲਨਾਜ਼ ਕੁਰੈਸ਼ੀ ਵੀ ਹੈ ਅਤੇ ਜਿਨ੍ਹਾਂ ਨੇ ਮੈਨੂੰ ਇਸ ਰਸਤੇ ਤੇ ਆਉਣ ਦੀ ਹੈਲਪ ਕੀਤੀ, especially ਮੇਰੇ co-worker who showed me the light and the noor of Islam. He acted as my door to enter his amazing and peaceful religion. Alhamdulillah, with the help of Allah subhanahu wa ta'ala. This man showed me the darkness I was once in and brought light into my life and guided me every step of the way. I am proud to say he is my husband, alhamdulillah. I am also very thankful to Allah subhanahu wa ta'ala. He grant me very beautiful, wise and intelligent daughter. Alhamdulillah, she is almost scholar. She is helping me increase my love and connection with Allah subhanahu wa ta'ala more and more every day. ਮੈਂ ਮੇਰੇ ਰੱਬ ਦਾ ਸ਼ੁਕਰ ਅਦਾ ਕਰਦੀ ਹਾਂ ਕਿ ਰੱਬ ਨੇ ਮੇਰੇ ਥਰੂ ਕੁਝ ਹੋਰ ਲੋਕਾਂ ਨੂੰ ਵੀ ਇਸਲਾਮ ਵੱਲ ਆਉਣ ਦਾ ਮੌਕਾ ਦਿੱਤਾ। ਮੈਂ ਬੜੇ ਮਾਣ ਨਾਲ ਇਹ ਗੱਲ ਵੀ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਰੱਬ ਨੇ ਸਪੈਸ਼ਲ ਕਰਮ ਕਰਦਿਆਂ ਹੋਇਆਂ ਕੁਝ ਸਾਲ ਪਹਿਲਾਂ ਮੇਰੀ ਮਾਂ ਨੂੰ ਵੀ ਇਸਲਾਮ ਦੀ ਦੌਲਤ ਤੋਂ ਨਿਵਾਜ਼ਿਆ। ਕੁਝ ਮਹੀਨੇ ਪਹਿਲਾਂ ਉਹ ਇਸ ਫਾਨੀ ਦੁਨੀਆ ਤੋਂ ਇਸਲਾਮ ਨਾਲ ਰੁਖਸਤ ਹੋਈ। ਰੱਬ ਉਸ ਨੂੰ ਪੈਰਾਡਾਈਜ਼ ਵਿੱਚ ਹਾਈਐਸਟ ਸਟੇਟਸ ਗ੍ਰਾਂਟ ਕਰੇ। ਆਮੀਨ। ਮੈਂ ਇਸ ਉਮੀਦ ਨਾਲ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੀ ਕਿ ਮੇਰੀ ਬਾਕੀ ਫੈਮਿਲੀ ਅਤੇ ਦੁਨੀਆ ਦੇ ਜਿਹੜੇ ਲੋਕ ਵੀ ਹਦਾਇਤ ਵੱਲ ਆਉਣਾ ਚਾਹੁੰਦੇ ਹਨ, ਰੱਬ ਉਹਨਾਂ ਲਈ ਆਸਾਨੀ ਕਰੇ ਅਤੇ ਸਾਨੂੰ ਹਮੇਸ਼ਾ ਆਪਣੇ ਸਿੱਧੇ ਰਸਤੇ ਤੇ ਰੱਖੇ। ਆਮੀਨ।